गुरु का बख्शिया फतेह दा नारा करो बुलंद। गज के आखो जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। श्री राग महला तीजा। गुरमुख नाम ध्याईऐ मन मुख बूझ न पाए। गुरमुख सदा मुख उजले हर वस्या मन आए। गुरमुख नाम ध्याईऐ मन मुख बूझ न पाए। गुरमुख सदा मुख उजले हर वस्या मन आए। सहजे ही सुख पाईऐ सहजे रह समाए। भाई रे दासन दासा होए गुर की सेवा गुर भगत है। बिल ना पाए कोए गुर की सेवा गुर भगत है। मिल ना पाए कोई। वाहिगुरु जी का खालसा वाहिगुरु जी की फतेह। गुरु प्यारे गुरु सवारे सतसंगी जनो, रोजाना की तरह पातशाह जी की अपार कृपा बख्शिश का सदका आप जी पवित्र बाणी की विचार नाल जुड़ रहे हो। आप जी ने जो पवित्र शब्द का पाठ सरवण किया, धन धन श्री गुरु अमरदास जी महाराज निबाणिया दे मान निताणिया दे तान उन्हां दे उचारण किए हुए बचन धन धन श्री ग्रंथ साहिब महाराज जी के अंग 66 उपर सुभाएमान हैं। उथानका मुताबक दसदे है कि एक दिन सिख संगतां ने पातशाह जी नूं बेनती की, महाराज उस परमेश्वर नूं किवें ध्याया जावे, किवें सिमरिया जावे, सानू सेवा ते सिमरन की जाच दसो। तो उस वेले धन धन श्री गुरु अमरदास महाराज जी ने ये पवित्र वचन उचारण किए कि सिखो हमेशा गुरमुखां की संगत विचों ही पता लगता है कि किवें ध्याउणा है, किवें सिमरना है, किवें सेवा करनी है। गुरु की सेवा की है, ये सारियां विचारां तुहानूं गुरमुखां की संगत विचों प्राप्त होणगीਆਂ। जिस तरह उस वेले गुरु घर दे विच निन प्यारे सिख बाबा बुढ़ा जी वर्गे सियाणे सिख हैं और जिन्हां ने धन गुरु नानक देव महाराज जी की संगत विच आ करके उस परिपूर्ण परमेश्वर परमात्मा नूं सिमरन की जाच सतगुरां दे कोलों सीखी है। क्योंकि गुरु तो बगैर गल नहीं बनती, गुरु ही जानदा ते गुरु ही दसदा है। तां ते सतगुरु श्री गुरु अमरदास महाराज जी आरंभ करते हैं बचन। श्री राग महला तीजा। तीसरे पातशाह श्री गुरु अमरदास जी राग श्री राग चों कहन लगे, सिखो गुरमुख नाम ध्याईऐ। गुरु नूं मुख रख के
ਭਾਵ ਜਿਵੇਂ ਗੁਰੂ ਕਹਿੰਦਾ ਉਵੇਂ, ਗੁਰਮਤਿ ਅਨੁਸਾਰ, ਗੁਰੂ ਦੇ ਦੱਸੇ ਅਨੁਸਾਰ। ਔਰ ਗੁਰੂ ਕਿਵੇਂ ਕਹਿੰਦਾ, ਇਹ ਸਾਰੀ ਗੁਰਬਾਣੀ ਦੇ ਵਿੱਚ ਹੀ ਜਗ੍ਹਾ ਜਗ੍ਹਾ 'ਤੇ ਜੁਗਤੀਆਂ ਵੀ ਦੱਸੀਆਂ ਗਈਆਂ, ਬਿਆਨ ਕੀਤਾ ਗਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰੂ ਕਿਵੇਂ ਦੱਸਦਾ ਹੈ, ਕੱਕਾ ਕਿਰਨ ਕਮਲ ਮੈਂ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ। ਹੋਰ ਕਿਵੇਂ ਦੱਸਦਾ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਕਿਤਨੇ ਬਚਨ ਮੈਂ ਦੱਸਾਂ ਆਪ ਜੀ ਨੂੰ, ਸਾਰੀ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਹੀ ਦੱਸਿਆ ਗਿਆ ਹੈ ਕਿ ਕਿਵੇਂ ਪਰਮੇਸ਼ਰ ਨੂੰ ਸਿਮਰਨਾ ਹੈ। ਗੁਰਮੁਖ ਬੈਸੋ ਸ਼ਫਾ ਵਿਛਾਏ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ। ਹਰੀ ਦੇ ਨਾਮ ਨਾਲ ਜੁੜਨਾ ਕਰੋ, ਸਫਾ ਵਿਛਾਏ, ਬਸਤਰ ਵਿਛਾ ਕਰਕੇ ਥੱਲੇ। ਔਰ ਫਿਰ ਦੁਬਦਾ ਨੂੰ ਛੱਡ ਕੇ ਹਰੀ ਦੇ ਨਾਮ ਨੂੰ ਜਪਣਾ ਕਰੋ। ਐਸੇ ਕਿਤਨੇ ਹੀ ਬਚਨ ਹਨ। ਇੱਕ 52 ਅੱਖਰੀ ਦਾ ਪਹਿਲਾ ਸ਼ਬਦ ਹੈ ਕਬੀਰ ਸਾਹਿਬ ਜੀ ਦਾ, 52 ਅੱਖਰ ਲੋਕ ਤਰੈ ਸਭ ਕਿਛ ਇਨਹੀ ਮਾਹੇ, ਇਹ ਅੱਖਰ ਖਿਨ ਜਾਏਂਗੇ ਓਏ ਅੱਖਰ ਇਨਮੈ ਨਾਹੇ। ਜਹ ਬੋਲਤੈ ਅਛਰ ਆਵਾ, ਜਹ ਅਬੋਲ ਤੈ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨ ਕੋਈ। ਜਿੱਥੇ ਉਹ ਰਹਿੰਦਾ ਉੱਥੇ ਕੋਈ ਵੇਖਦਾ ਹੀ ਨਹੀਂ। ਭਾਵ ਜਿੰਨਾ ਚਿਰ ਸੁਰਤ ਅਤੇ ਅੱਖ ਇਹ ਦੋਨੇ ਜੁੜਦੀਆਂ ਨਹੀਂ। ਤੀਸਰਾ, ਇਹਨਾਂ ਨੂੰ ਸੁਣਨ ਵਾਲਾ ਕੰਨ, 2 ਅੱਖ 2 ਕੰਨ ਅਤੇ 5ਵੀਂ ਸੁਰਤ। ਪੰਚਾਂ ਕਾ ਗੁਰ ਏਕ ਧਿਆਨ ਬੁੱਧ। ਜਿੰਨਾ ਚਿਰ ਇਹ ਪੰਜੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਔਰ ਇਹਨਾਂ ਨੂੰ ਇਕੱਠੇ ਕਰਦਾ ਹੈ ਗੁਰੂ ਦਾ ਬਖਸ਼ਿਆ ਸ਼ਬਦ, ਸ਼ਬਦ ਦਾ ਧਿਆਨ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਗੁਰਮੁਖ ਅਕਥ ਕਹਾਣੀ, ਜਿਨ੍ਹਾਂ ਨੇ ਸ਼ਬਦ ਦੀ ਧੁਨ ਵਿੱਚ ਧਿਆਨ ਲਾਉਣਾ ਕੀਤਾ। ਤੇ ਜਿੱਥੇ ਸਾਡਾ ਧਿਆਨ ਹੁੰਦਾ ਉੱਥੇ ਸਾਡਾ ਮਨ ਹੁੰਦਾ, ਸੁਰਤ ਹੁੰਦੀ ਆ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ ਗੁਰਮੁਖਾਂ ਦੀ ਸੰਗਤ ਕਰੀਏ, ਗੁਰੂ ਕੋਲੋਂ ਪੁੱਛੀਏ, ਗੁਰਮੁਖਾਂ ਕੋਲੋਂ ਪੁੱਛੀਏ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ। ਇਸ ਗੱਲ ਦੀ ਸਮਝ ਗੁਰਮੁਖਾਂ ਨੂੰ ਹੀ ਹੈ ਜਿਹੜੇ ਗੁਰਮਤਿ ਅਨੁਸਾਰ ਚੱਲਦੇ ਆ। ਜਿਹੜੇ ਮਨਮਤ ਕਰਦੇ ਆ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਸਕਦੀ। ਜਿਹੜੇ ਮਨਮੁਖਤਾ ਮੁਤਾਬਕ ਚੱਲਦੇ ਆ, ਭਾਵ ਜਿਹੜੇ ਮਨ ਨੂੰ ਮੂਹਰੇ ਰੱਖ ਕੇ ਚੱਲਦੇ ਆ, ਮਨ ਮਰਜ਼ੀ ਕਰਦੇ ਆ, ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਣੀ। ਇਸ ਗੱਲ ਦੀ ਸਮਝ ਗੁਰਮੁਖਾਂ ਨੂੰ ਹੀ ਆ ਸਕਦੀ ਹੈ। ਆਓ ਗੁਰਮੁਖਾਂ ਦੀ ਸੰਗਤ ਕਰੀਏ। ਬਾਬਾ ਬੁੱਢਾ ਜੀ ਵਰਗੇ ਗੁਰਮੁਖ ਰੋਮ ਰੋਮ ਹਰ ਧਿਆਵੈ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰਮੁਖ ਜਿਹੜਾ ਹੈ ਰੋਮ ਰੋਮ ਕਰਕੇ ਉਸ ਪਰਮੇਸ਼ਰ ਨੂੰ ਸਿਮਰਨਾ ਕਰਦਾ ਹੈ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ। ਮਨਮੁਖਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਣੀ। ਮਨਮੁਖਾਂ ਦੀ ਸੰਗਤ ਦੀ ਕਰਨ ਦੀ ਲੋੜ ਵੀ ਨਹੀਂ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨ ਕੀਜੀਐ, ਦੂਰੈ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਮਨਮੁਖਾਂ ਨੂੰ ਕੀ ਪਤਾ ਹੈ, ਉਹਨਾਂ ਨੇ ਆਪਣੀ ਮਨਮਤ ਦੱਸਣੀ ਹੈ। ਗੁਰਮੁਖਾਂ ਨੇ ਗੁਰੂ ਦੀ ਗੱਲ ਕਰਨੀ ਹੈ। ਗੁਰਮੁਖਾਂ ਦੇ ਕੋਲੋਂ ਜਾਣੋ ਗੁਰੂ ਕੀ ਕਹਿੰਦਾ ਹੈ, ਗੁਰਮੁਖ ਕੀ ਕਹਿੰਦੇ ਨੇ। ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖ ਤੇ ਸਤਿਗੁਰੂ ਪਾਤਸ਼ਾਹ ਜੀ ਕੀ ਦੱਸਦੇ ਨੇ, ਜਦੋਂ ਧਿਆਤਾ ਧਿਆਨ ਤੇ ਧੇ ਇੱਕ ਹੋ ਗਏ। ਧੇ ਹੁੰਦਾ ਨਿਸ਼ਾਨਾ ਜਿਸ ਨੂੰ ਪ੍ਰਾਪਤ ਕਰਨਾ ਹੈ। ਉਹ ਨਿਸ਼ਾਨਾ ਅੱਗੇ ਰੱਖ ਕੇ ਧਿਆਤਾ ਧਿਆਉਣ ਵਾਲਾ ਤੇ ਧਿਆਨ ਉਸ ਨਿਸ਼ਾਨੇ ਤੇ ਦੇਵੇ। ਧਿਆਉਣ ਵਾਲਾ ਜੀਵ ਗੁਰਮੁਖ ਜਪਣ ਵਾਲਾ ਆਪਣੇ ਧਿਆਨ ਨੂੰ ਆਪਣੇ ਨਿਸ਼ਾਨੇ ਤੇ ਰੱਖੇ। ਜਦੋਂ ਇਹ ਤਿੰਨੇ ਇਕੱਠੇ ਹੋ ਜਾਂਦੇ ਆ ਉਦੋਂ
ਕੰਮ ਕਾਰਜ ਰਾਸ ਹੋ ਜਾਂਦਾ ਹੈ, ਚਾਹੇ ਉਹ ਕੋਈ ਸੰਸਾਰੀ ਕਾਰਜ ਹੈ ਤੇ ਚਾਹੇ ਉਹ ਦਰਗਾਹੀ ਕਾਰਜ ਹੈ। ਦੋਨੇ ਹੀ ਕਾਰਜ ਪੂਰੇ ਹੋ ਸਕਦੇ ਆ ਜਦੋਂ ਧਿਆਤਾ, ਧਿਆਨ ਤੇ ਧੇ ਇਹ ਇਕੱਠੇ ਹੋ ਜਾਂਦੇ ਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਧਿਆਉਣ ਵਾਲਾ ਖੁਦ ਹੀ ਧੁਨ ਪੈਦਾ ਕਰੇ ਤੇ ਉਸ ਧੁਨ ਤੇ ਧਿਆਨ ਦੇਵੇ। ਜਿਵੇਂ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਮਨੁੱਖ ਉਸ ਪਰਮੇਸ਼ਰ ਦੇ ਨਾਲ ਧਿਆਨ ਲਾਉਂਦਾ ਹੈ, ਉਸ ਵੇਲੇ ਫਿਰ ਇਸ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ। ਗੁਰਮੁਖ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦੇ ਹਨ। ਔਰ ਮਨਮੁਖ ਜਿਹੜੇ ਹਨ ਉਹਨਾਂ ਨੂੰ ਭਾਵੇਂ ਬ੍ਰਹਮਾ ਵੀ ਆ ਕੇ ਸਮਝਾ ਦੇਵੇ ਤਾਂ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਵੇਲੇ ਇਹ ਮਨੁੱਖ ਗੁਰੂ ਦੇ ਚਰਨੀ ਲੱਗਦਾ ਹੈ, ਗੁਰੂ ਨੂੰ ਪੁੱਛਦਾ ਹੈ, ਫਿਰ ਗੁਰੂ ਹੀ ਦੱਸਦਾ ਹੈ ਕਿ ਕਿਵੇਂ ਜਪਣਾ। ਗੁਰਮੁਖ ਨਾਮ ਧਿਆਈ ਹੈ, ਮਨਮੁਖ ਬੂਝ ਨ ਪਾਏ। ਮਨਮੁਖਾਂ ਨੂੰ ਸਮਝ ਨਹੀਂ ਆਉਂਦੀ, ਭਾਵੇਂ ਉਹਨਾਂ ਨੂੰ ਖੁਦ ਬ੍ਰਹਮਾ ਵੀ ਆ ਕੇ ਸਮਝਾਉਣ ਲੱਗ ਜੇ ਤਾਂ ਵੀ ਨਹੀਂ ਮੰਨਦੇ। ਕਬੀਰ ਸਾਹਿਬ ਜੀ ਦਾ ਬਚਨ ਹੈ, ਬ੍ਰਹਮਾ ਹੂ ਕੋ ਕਹਿਓ ਨਾ ਮਾਨੈ। ਜਾਂ ਹੋਰ ਅਨੇਕਾਂ ਇਹੋ ਜਿਹੇ ਬਚਨ ਹਨ। ਆਪ ਕੁਛ ਕਰਨਾ ਨਹੀਂ, ਦੂਜਿਆਂ ਦੀ ਟੀਕਾ ਟਿੱਪਣੀ ਕਰਨੀ। ਆਪ ਨਾ ਦੇਹ ਚਰੂ ਪਰ ਪਾਣੀ, ਤਹਿ ਨਿੰਦੇ ਜੇ ਗੰਗਾ ਆਨੀ। ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਨਾਲ ਗੰਗਾ ਲੈ ਆਂਦੀ, ਭਾਵ ਜਿਨ੍ਹਾਂ ਨੇ ਕੁਝ ਪ੍ਰਾਪਤੀ ਕੀਤੀ ਉਹਨਾਂ ਦੀ ਨਿੰਦਿਆ ਕਰਦੇ ਆ, ਖੁਦ ਕੁਛ ਕਰਨਾ ਨਹੀਂ। ਉਹਨਾਂ ਨੂੰ ਕਿਵੇਂ ਸਮਝ ਆ ਸਕਦੀ ਹੈ? ਤਾਂ ਤੇ ਗੁਰਮੁਖ ਸਦਾ ਮੁਖ ਉਜਲੇ। ਜਿਹੜੇ ਗੁਰਮੁਖ ਹਨ ਉਹ ਹਮੇਸ਼ਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਪਾ ਲੈਂਦੇ ਆ, ਜਾਣ ਲੈਂਦੇ ਆ। ਉਹਨਾਂ ਦੇ ਦਰਗਾਹ ਵਿੱਚ ਮੁਖ ਉਜਲੇ ਹੁੰਦੇ ਹਨ। ਹਰ ਵਸਿਆ ਮਨ ਆਏ। ਉਹਨਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਹਰੀ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਜਿਸ ਦਾ ਸਦਕਾ ਸਹਿਜੇ ਹੀ ਸੁਖ ਪਾਈਐ, ਸਹਿਜੇ ਰਹਿ ਸਮਾਏ। ਉਹ ਨਾਮ ਜਪਦੇ ਜਪਦੇ ਸਹਿਜੇ ਹੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਵਿੱਚ ਮਿਲ ਜਾਂਦੇ ਹਨ। ਨਿਰਯਤਨ, ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਸਾਧਕ ਸੰਗ ਨਹੀਂ ਕਛ ਘਾਲ। ਗੁਰਮੁਖਾਂ ਦੀ ਸੰਗਤ ਕਰਕੇ ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਗੁਰਮੁਖਾਂ ਦੀ ਕਿਰਪਾ ਦੇ ਨਾਲ, ਉਹਨਾਂ ਦੇ ਦੱਸੇ ਮਾਰਗ ਦਰਸ਼ਨ ਨਾਲ ਬੰਦਾ ਸਹਿਜੇ ਹੀ ਉਸ ਦੀ ਪ੍ਰਾਪਤੀ ਕਰ ਲੈਂਦਾ। ਇਸ ਕਰਕੇ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹਨਾਂ ਨੇ ਉਸ ਗੱਲ ਨੂੰ ਸਮਝ ਲਿਆ। ਜਿਨ੍ਹਾਂ ਨੇ ਮਨਮੁਖਾਂ ਦੀ ਸੰਗਤ ਕੀਤੀ ਉਹਨਾਂ ਨੇ ਆਪਣਾ ਜੀਵਨ ਖਰਾਬ ਕਰ ਲਿਆ। ਹੁਕਮ ਨ ਜਾਣੈ ਬਾਪੜੇ, ਭੂਲੈ ਫਿਰੇ ਗਵਾਰ। ਮਨ ਹਟ ਕਰਮ ਕਮਾਵੰਦੇ, ਨਿਤ ਹੋਏ ਖੁਆਰ। ਜਿਹੜੇ ਗੁਰੂ ਦੇ ਹੁਕਮ ਨੂੰ ਸਮਝਦੇ ਨਹੀਂ, ਗੁਰੂ ਦੀ ਗੱਲ ਨੂੰ ਮੰਨਦੇ ਨਹੀਂ, ਉਹਨਾਂ ਨੂੰ ਮਨਮੁਖ ਕਹਿੰਦੇ ਆ। ਜਿਹੜੇ ਆਪਣੇ ਮਨ ਦੀ ਗੱਲ ਸੁਣਦੇ ਆ, ਗੁਰੂ ਦੀ ਨਹੀਂ ਸੁਣਦੇ। ਤੇ ਜਿਹੜੇ ਗੁਰਮੁਖ ਹੈ, ਪਾਤਸ਼ਾਹ ਜੀ ਕਹਿੰਦੇ, ਉਹ ਇਸ ਗੱਲ ਨੂੰ ਸਮਝ ਕੇ ਪਰਮੇਸ਼ਰ ਵਿੱਚ ਸਹਿਜੇ ਹੀ ਮਿਲ ਜਾਂਦੇ ਹਨ। ਸਹਿਜੇ ਰਹੇ ਸਮਾਏ। ਉਹ ਜਿਉਂਦੇ ਹੋਏ ਵੀ ਮਿਲੇ ਰਹਿੰਦੇ ਆ ਤੇ ਸਰੀਰ ਛੱਡ ਕੇ ਵੀ ਉਹਦੇ ਵਿੱਚ ਸਮਾ ਜਾਂਦੇ। ਜਿੰਨਾ ਚਿਰ ਜੀਵਨ ਹੁੰਦਾ ਉਦੋਂ ਵੀ ਸ਼ਬਦ ਕਰਕੇ ਉਸ ਮਾਲਕ ਨਾਲ ਜੁੜੇ ਰਹਿੰਦੇ ਹਨ। ਤੇ ਜਦੋਂ ਸਰੀਰ ਦਾ ਅੰਤ ਹੁੰਦਾ ਹੈ, ਸਰੀਰ ਦੀ ਸਮਾਪਤੀ ਹੁੰਦੀ ਹੈ, ਸਮੇਂ ਦੀ ਸਮਾਪਤੀ ਹੋ ਜਾਂਦੀ ਹੈ, ਸਵਾਸ ਮੁੱਕ ਜਾਂਦੇ ਹਨ,
ਤਾਂ ਅਖੀਰ ਤੇ ਉਹ ਸਰੀਰ ਛੱਡ ਕੇ ਗੁਰੂ ਦੇ ਵਿੱਚ ਸਮਾ ਜਾਂਦੇ ਹਨ ਸਹਿਜੇ ਹੀ। ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ, ਭਾਈ ਰੇ ਦਾਸਣ ਦਾਸਾ ਹੋਏ। ਤੇ ਸਭ ਤੋਂ ਵੱਡੀ ਗੱਲ ਹੈ ਨਿਮਰਤਾ ਦੀ। ਦਾਸਣ ਦਾਸਾ, ਦਾਸਾਂ ਦੇ ਦਾਸ ਭਾਵ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦਾਸ ਬਾਬਾ ਬੁੱਢਾ ਜੀ ਵਰਗੇ, ਤੇ ਜਿਹੜੇ ਗਾਂ ਉਹਨਾਂ ਦੀ ਵੀ ਸੰਗਤ ਕਰਦੇ ਆ ਉਹਨਾਂ ਦਾ ਵੀ ਉਧਾਰ ਹੁੰਦਾ। ਦਾਸਣ ਦਾਸਾ ਹੋਏ ਭਾਵ ਸੰਗਤਾਂ ਦੇ ਸੇਵਾਦਾਰ ਬਣਨਾ। ਸੰਗਤ ਗੁਰੂ ਕੀ ਦਾਸ ਹੈ, ਜਿਹੜਾ ਸੰਗਤ ਦੀ ਸੇਵਾ ਕਰਦਾ ਹੈ ਉਸ ਦਾ ਵੀ ਉਧਾਰ ਹੋ ਜਾਂਦਾ ਹੈ। ਇਸ ਕਰਕੇ ਭਾਈ ਸਿਮਰਨ ਕਰਨ ਦੇ ਲਈ, ਸੇਵਾ ਕਰਨ ਦੇ ਲਈ ਦਾਸ ਭਾਵ ਚਾਹੀਦਾ, ਮਤਲਬ ਨਿਮਰਤਾ ਚਾਹੀਦਾ। ਹੰਕਾਰ ਛੱਡ ਕੇ ਆਪਣੇ ਆਪ ਨੂੰ ਨਿਮਾਣਾ ਕਰਨਾ। ਜਿਵੇਂ ਭਾਈ ਮੰਝ ਦੀ ਸਾਖੀ ਆਪ ਜਾਣਦੇ ਹੋ। ਤੇ ਜਦੋਂ ਭਾਈ ਮੰਝ ਪ੍ਰੀਖਿਆ ਵਿੱਚੋਂ ਹਰ ਵਾਰ ਪਾਸ ਹੁੰਦਾ ਰਿਹਾ ਤੇ ਅਖੀਰਲੀ ਪ੍ਰੀਖਿਆ ਜਦੋਂ ਖੂਹ ਚੋਂ ਬਾਹਰ ਕੱਢਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਔਰ ਜਦ ਬਾਹਰ ਨਿਕਲ ਕੇ ਧਰਤੀ ਤੇ ਖੜਾ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਗਲੇ ਲਾ ਕੇ ਕਹਿੰਦੇ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰ। ਮੰਝ ਮੈਨੂੰ ਬਹੁਤ ਪਿਆਰਾ ਹੈ ਕਿਉਂਕਿ ਮੰਝ ਮੈਨੂੰ ਪਿਆਰ ਕਰਦਾ, ਮੈਂ ਵੀ ਮੰਝ ਨੂੰ ਪਿਆਰ ਕਰਦਾ। ਅੱਜ ਤੋਂ ਬਾਅਦ ਤਾਂ ਫਿਰ ਹੁਣ ਜਿਹੜੇ ਭਾਈ ਮੰਝ ਦੀ ਸੰਗਤ ਕਰਨਗੇ ਉਹ ਵੀ ਪਾਰ ਹੋ ਜਾਣਗੇ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਮੰਝ ਤੇ ਕਰਦੇ ਹਨ ਕਿ ਜਿਹੜਾ ਮੰਝ ਦੀ ਸੰਗਤ ਕਰੇਗਾ ਉਹ ਵੀ ਪਾਰ ਹੋ ਜਾਵੇਗਾ। ਤੋ ਭਾਈ ਰੇ ਦਾਸਣ ਦਾਸਾ ਹੋਏ ਨਿਮਰਤਾ ਭਾਵ, ਕਿਉਂਕਿ ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਹਉ ਮੈਂ ਵਿੱਚ ਸੇਵਾ ਨਾ ਹੋਵੀ ਤਾਂ ਮਨ ਬਿਰਥਾ ਜਾਏ, ਸਰੀਰ ਕਰਕੇ ਦਾਸ ਹੋਣਾ। ਇਹ ਤਾਂ ਅਸੀਂ ਸਿਮਰਨ ਦਾ ਢੰਗ ਕਿਵੇਂ ਧਿਆਈਏ, ਕਿਵੇਂ ਸਿਮਰੀਏ। ਅੱਗੇ ਗੱਲ ਆ ਗਈ ਸੇਵਾ ਦੀ, ਕਿਉਂਕਿ ਜਿੰਨਾ ਚਿਰ ਸਿੱਖ ਦੇ ਦੋਨੇ ਖੰਭ ਨਹੀਂ ਉਗੜਦੇ ਉਹਨਾਂ ਚਿਰ ਉੱਡ ਨਹੀਂ ਸਕਦਾ, ਉਡਾਰੀਆਂ ਨਹੀਂ ਲਾ ਸਕਦਾ। ਸੇਵਾ ਸਿਮਰਨ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਅਸੀਂ ਗੁਰੂ ਦੇ ਪੰਛੀ ਹਾਂ, ਸੰਸਾਰ ਦਰਖਤ ਹੈ। ਕੱਲ ਗੱਲ ਚੱਲੀ ਸੀ ਕਿ ਸੰਸਾਰ ਇੱਕ ਬਿਰਛ ਹੈ, ਆਪਾਂ ਸਾਰੇ ਪੰਛੀ ਹਾਂ, ਰੂਹਾਂ ਇਹਦੇ ਵਿੱਚ ਆ ਕੇ ਬੈਠੇ ਹਾਂ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਭਾਏ। ਕੋਈ ਚੰਗਾ ਭੋਜਨ ਖਾਂਦਾ, ਕੋਈ ਮਾੜਾ ਭੋਜਨ ਖਾਂਦਾ, ਕੋਈ ਸੱਚ ਨਾਲ ਜੁੜਿਆ, ਕੋਈ ਝੂਠ ਨਾਲ ਜੁੜਿਆ। ਔਰ ਜਿਹੜੇ ਸੱਚ ਦਾ ਭੋਜਨ ਛਕਦੇ ਐ, ਹਰ ਰਸ ਪੀਵੈ ਸਹਿਜ ਰਹੇ, ਉਹ ਨਾਮ ਦਾ ਰਸ ਪੀਂਦੇ। ਨਿਮਾਣੇ ਭਾਵ ਨਿਮਰਤਾ ਭਾਵ ਵਿੱਚ ਵਿਚਰਦੇ ਹਨ। ਉੱਡੈ ਨਾ ਆਵੈ ਜਾਏ, ਉਹਨਾਂ ਨੂੰ ਭਟਕਣਾ ਨਹੀਂ ਪੈਂਦਾ, ਵਾਰ-ਵਾਰ ਜੰਮਣਾ ਮਰਨਾ ਨਹੀਂ ਪੈਂਦਾ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਤੇ ਉਹ ਸਹਿਜੇ ਹੀ ਇੱਕ ਦਿਨ ਆਪਣੇ ਘਰ ਵਿੱਚ ਸਮਾ ਜਾਂਦੇ ਆ, ਚਲੇ ਜਾਂਦੇ ਆ, ਮਾਲਕ ਵਿੱਚ ਮਿਲ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਹਿਜੇ ਹੀ ਸੁਖ ਪਾਈਐ ਸਹਿਜੈ ਰਹਿ ਸਮਾਏ, ਭਾਈ ਰੇ ਦਾਸਣ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ। ਹੁਣ ਗੱਲ ਆ ਗਈ ਸੇਵਾ ਦੀ। ਕਹਿੰਦੇ ਗੁਰੂ ਦੀ ਸੇਵਾ ਵੀ ਗੁਰੂ ਦੀ ਭਗਤੀ ਹੀ ਹੈ। ਗੁਰੂ ਦੀ ਭਗਤੀ, ਗੁਰੂ ਨਾਲ ਪ੍ਰੇਮ ਕਰਨਾ, ਗੁਰਮਤਿ ਅਨੁਸਾਰ ਚੱਲਣਾ। ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਲ ਦੇ ਰਾਹੀਂ ਸਮਝਾਇਆ ਕਿ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਉਚਾਰਨਾ, ਇਹ ਵੀ ਗੁਰੂ ਦੀ ਸੇਵਾ ਹੀ ਹੈ। ਜਿੰਨਾ ਇਸ ਨੂੰ ਰਿਪੀਟ ਕਰਦੇ ਹਾਂ, ਉਚਾਰਨ ਕਰਦੇ ਹਾਂ, ਆਪ ਪੜ੍ਹਦੇ ਹਾਂ, ਦੂਸਰਿਆਂ ਨੂੰ ਸੁਣਾਉਂਦੇ ਹਾਂ, ਇਸ ਦੇ ਨਾਲ ਵੀ ਗੁਰੂ ਦੀ ਭਗਤੀ ਹੁੰਦੀ ਹੈ। ਇਹ ਵੀ ਉਹਦੀ ਸੇਵਾ ਹੀ ਹੈ ਗੁਰੂ ਦੀ। ਤੇ ਇਸੇ ਸੇਵਾ ਤੋਂ ਖੁਸ਼ ਹੋ ਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਗੋਪਾਲਾ ਜੀ ਨੂੰ ਕਿਤਨੇ ਖੁਸ਼ੇ ਬਖਸ਼ੇ ਸਨ ਕਿ ਉਸਨੇ ਜਪਜੀ ਸਾਹਿਬ ਜੀ ਦਾ ਪਾਠ ਬੜੇ ਧਿਆਨ ਦੇ ਨਾਲ ਸਤਿਗੁਰਾਂ ਨੂੰ ਜਦੋਂ ਸੁਣਾਉਣਾ ਕੀਤਾ ਸੀ ਤੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਉਸ ਤੇ। ਇੰਨੇ ਖੁਸ਼ ਹੋਏ ਕਿ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ, ਭਾਵੇਂ ਕਿ ਭਾਈ ਗੋਪਾਲਾ ਜੀ ਨੇ ਘੋੜੇ ਤੇ ਹੀ ਧਿਆਨ ਲਾ ਲਿਆ। ਅਖੀਰ ਤੇ ਜਾ ਕੇ, ਸ਼ੁਰੂਆਤ 'ਚ ਠੀਕ ਸੀ, ਅਖੀਰ ਤੇ ਜਾ ਕੇ ਭਾਈ ਗੋਪਾਲਾ ਜੀ ਦਾ ਧਿਆਨ ਜਿਹੜਾ ਉਹ ਘੋੜੇ ਤੇ ਚਲਿਆ ਗਿਆ। ਪਾਤਸ਼ਾਹ ਜੀ ਨੇ ਘੋੜਾ ਵੀ ਦਿੱਤਾ, ਹੋਰ ਬਹੁਤ ਕੁਝ ਦਿੱਤਾ।
ਪਰ ਨਾਲ ਇਹ ਵੀ ਦੱਸ ਦਿੱਤਾ ਕਿ ਜੇ ਤੂੰ ਕਿਤੇ ਅਖੀਰ ਤੇ ਧਿਆਨ ਨਾ ਪਟਦਾ ਤੇ ਮੈਂ ਤੈਨੂੰ ਸਾਰੇ ਹਾਥੀਆਂ ਘੋੜਿਆਂ ਦਾ, ਗੁਰੂ ਘਰ ਦੇ ਸਮਾਨ ਦਾ, ਗੁਰੂ ਦਾ ਗੁਰਤਾ ਗੱਦੀ ਦਾ ਮਾਲਕ ਹੀ ਬਣਾ ਦੇਣਾ ਸੀਗਾ। ਖੈਰ ਹੁਣ ਉਹੀ ਹੈ ਜੋ ਪਰਮੇਸ਼ਰ ਚਾਹੁੰਦਾ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਰੇ ਭਾਈ ਰੇ, ਦਾਸਣ ਦਾਸਾ ਹੋਏ ਨਿਮਰਤਾ ਭਾਵ ਦੇ ਨਾਲ ਗੁਰੂ ਦੀ ਸੇਵਾ ਕੀਤੀ ਜਾਂਦੀ ਆ। ਜੇ ਕੋਈ ਸੇਵਾ ਕਰਕੇ ਹੰਕਾਰ ਕਰੇ ਕਿ ਮੇਰੇ ਵਰਗਾ ਕੋਈ ਸੇਵਾਦਾਰ ਹੀ ਨਹੀਂ ਹੈਗਾ, ਮੈਂ ਵਧੀਆ ਸੇਵਾਦਾਰ ਹਾਂ, ਮੇਰੇ ਜਿੰਨਾ ਕੋਈ ਕੰਮ ਹੀ ਨਹੀਂ ਕਰਦਾ ਗੁਰੂ ਘਰ ਦੇ ਵਿੱਚ, ਤਾਂ ਉਹਦੀ ਕੀਤੀ ਕਰਾਈ ਨਿਫਲ ਚਲੀ ਜਾਂਦੀ ਆ। ਇੱਕ ਪੁਰਾਣਾ ਗੁਰੂ ਪਿਆਰਿਓ ਹੋਇਆ, ਕੋਈ ਸਿਆਣਾ ਬੰਦਾ, ਉਹਨੂੰ ਹਾਤਮ ਤਾਈ ਕਹਿੰਦੇ ਆ। ਉਹ ਵੀ ਕਹਿੰਦਾ ਨੇਕੀ ਕਰ ਦਰਿਆ ਮੇ ਡਾਲ, ਚੰਗੇ ਕੰਮ ਕਰੋ ਤੇ ਭੁੱਲ ਜਾਓ। ਉਹਨਾਂ ਨੂੰ ਰਿਪੀਟ ਕਰਨ ਦੀ ਲੋੜ ਨਹੀਂ, ਲੋਕਾਂ ਦੇ ਵਿੱਚ ਰੌਲਾ ਪਾਉਣ ਦੀ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਭਾਈ ਰੇ ਦਾਸਣ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਬਿਰਲਾ ਪਾਏ ਕੋਏ। ਇਸ ਕਰਕੇ ਗੁਰੂ ਦੀ ਸੇਵਾ ਜਿਹੜੀ ਹੈ ਇਹੋ ਹੀ ਗੁਰੂ ਦੀ ਭਗਤੀ ਹੈ, ਤੇ ਗੁਰੂ ਦੀ ਭਗਤੀ ਹੀ ਗੁਰੂ ਦੀ ਸੇਵਾ ਹੈ। ਪਰ ਇਹ ਬਿਰਲੇ ਬਿਰਲੇ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਹਾਓ ਕਿਸ ਤਰ੍ਹਾਂ। ਹੁਣ ਭਗਤੀ ਦੀਆਂ ਕੁਝ ਉਦਾਹਰਨਾਂ ਦਿੰਦੇ ਐ ਰਹਾਓ ਤੋਂ ਬਾਅਦ, ਜਿਵੇਂ ਸਦਾ ਸੁਹਾਗ ਸੁਹਾਗਣੀ, ਜੇ ਚੱਲੈ ਸਤਿਗੁਰ ਭਾਏ। ਇਹ ਵੀ ਤਾਂ ਭਗਤੀ ਹੈ। ਜਿਵੇਂ ਕੋਈ ਇਸਤਰੀ, ਸੁਹਾਗਣ ਇਸਤਰੀ ਆਪਣੇ ਪਤੀ ਦੇ ਹੁਕਮ ਅੰਦਰ ਚੱਲਦੀ ਹੈ, ਉਹਦੇ ਪ੍ਰੇਮ ਅੰਦਰ, ਉਹਦੇ ਹੁਕਮ ਅੰਦਰ ਚੱਲਦੀ ਹੋਈ ਆਪਣਾ ਜੀਵਨ ਬਤੀਤ ਕਰਦੀ ਹੈ। ਇਹ ਵੀ ਤਾਂ ਪ੍ਰੇਮਾ ਭਗਤੀ ਹੈ ਨਾ। ਆਪਣੇ ਪਤੀ ਦੇ ਹੁਕਮ ਤੋਂ ਬਾਹਰ ਨਹੀਂ ਜਾਂਦੀ, ਇਹ ਉਹਦੀ ਭਗਤੀ ਆ। ਤੇ ਜਿਹੜਾ ਸਿੱਖ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ, ਇਹ ਉਹਦੀ ਭਗਤੀ ਆ। ਕੋਈ ਸਤਨਾਮ ਉਦਾਹਰਨ ਦਿੱਤੀ ਵਧੀਆ। ਸਦਾ ਸੁਹਾਗ ਸੁਹਾਗਣੀ, ਜੇ ਚੱਲੈ ਸਤਿਗੁਰ ਭਾਏ। ਉਹ ਸੁਹਾਗਣ ਜੀਵ ਇਸਤਰੀ ਸਦਾ ਹੀ ਸੁਹਾਗਣ ਬਣੀ ਰਹਿੰਦੀ ਆ। ਉਹਨੂੰ ਕਦੇ ਵੀ ਮਾਲਕ ਪਤੀ ਛੱਡ ਕੇ ਨਹੀਂ ਜਾਂਦਾ। ਉਹ ਕਦੇ ਵੀ ਦੁਹਾਗਣ ਨਹੀਂ ਹੁੰਦੀ, ਵਿਧਵਾ ਨਹੀਂ ਹੁੰਦੀ, ਜਿਹੜੀ ਮਾਲਕ ਦੇ ਪ੍ਰੇਮ ਦੇ ਵਿੱਚ ਵਿਚਰਦੀ ਆ। ਤੇ ਉਹ ਸਿੱਖ, ਉਹ ਜੀਵ ਕਦੇ ਵੀ ਗੁਰੂ ਤੋਂ ਦੂਰ ਨਹੀਂ ਜਾਂਦਾ, ਜਿੰਨਾ ਚਿਰ ਉਹ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਗਾ। ਗੁਰੂ ਨਹੀਂ ਮਾਂ ਛੱਡਦਾ, ਸਿੱਖ ਭਾਵੇਂ ਛਡਾ ਜਾਵੇ, ਉਹਦੀ ਮਰਜ਼ੀ ਆ। ਜਿਸ ਤਰ੍ਹਾਂ ਕੁਝ ਸਿੱਖਾਂ ਨੇ ਰਾਮਿਆਣੇ ਦੀ ਧਰਤੀ ਤੇ ਬੇਦਾਵਾ ਲਿਖ ਦਿੱਤਾ। ਛੋਟੀ ਜੀ ਗੱਲ ਹੋਈ ਤੇ ਕੁਝ ਹੰਕਾਰੀ ਬੰਦਿਆਂ ਨੇ, ਚੌਧਰੀਆਂ ਨੇ ਕਹਿ ਦਿੱਤਾ, ਫਿਰ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ। ਪਾਤਸ਼ਾਹ ਕਹਿੰਦੇ ਨਹੀਂ ਮੰਨਦੇ ਤਾਂ ਲਿਖ ਦਿਓ ਮਾੜਾ ਜਿਹਾ ਕਾਗਜ਼ ਤੇ ਉਹਨਾਂ ਨੇ ਕਾਗਜ਼ ਉੱਤੇ ਲਿਖ ਦਿੱਤਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਸੱਲੇ ਉਹਨਾਂ ਨੇ ਸਹਿਣ ਕਰਤੇ ਕੁਝ ਲੋਕਾਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਬੇਦਾਵੇ ਵਾਲਾ ਕਾਗਜ਼ ਖੀਸੇ ਵਿੱਚ ਪਾ ਲਿਆ, ਪਰ ਉਸ ਤੋਂ ਬਾਅਦ ਉਹ ਕਾਗਜ਼ ਪੜਵਾਉਣਾ ਮੁਸ਼ਕਲ ਹੋ ਗਿਆ। ਔਰ ਆਪਣੀਆਂ ਜਾਨਾਂ ਵਾਰ ਕੇ ਉਹਨਾਂ ਮਾਝੇ ਦੇ ਸਿੱਖਾਂ ਨੂੰ, ਭਾਈ ਮਹਾਂ ਸਿੰਘ ਵਰਗਿਆਂ ਨੂੰ ਜੰਗ ਦੇ ਮੈਦਾਨ ਵਿੱਚ ਜਾ ਕੇ ਗੁਰੂ ਵਾਸਤੇ ਲੜਨਾ ਪਿਆ। ਫਿਰ ਲੜੇ ਤੇ ਸ਼ਹੀਦੀਆਂ ਪਾਈਆਂ ਤੇ ਫਿਰ ਕਿਤੇ ਜਾ ਕੇ ਉਹ ਬੇਦਾਵੇ ਤੋਂ ਮੁਕਤ ਹੋਏ। ਦੁਬਾਰਾ ਫਿਰ ਦਾਅਵਾ ਗੁਰੂ ਨੇ ਕੀਤਾ ਕਿ ਹਾਂ ਇਹ ਮੇਰੇ ਸਿੱਖ ਆ। ਧਰਮਰਾਜ ਵੀ ਉਹਨਾਂ ਦੇ ਕਾਗਜ਼ ਪਾੜ ਦਿੰਦਾ ਜਿਨ੍ਹਾਂ ਨੂੰ ਗੁਰੂ ਨਾਨਕ ਆਪ ਦਾ ਮੰਨ ਲੈਂਦਾ। ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝ। ਫਿਰ ਗੁਰੂ ਦਾਅਵਾ ਕਰਦਾ ਕਿ ਮੇਰੇ ਸਿੱਖ ਹੈ, ਤੇ ਜਿਨ੍ਹਾਂ ਤੇ ਗੁਰੂ ਦਾਅਵਾ ਕਰਦਾ ਮੇਰੇ ਸਿੱਖ ਹੈ, ਉਹਨਾਂ ਨੂੰ ਧਰਮਰਾਜ ਵੀ ਕੁਛ ਨਹੀਂ ਕਹਿ ਸਕਦਾ। ਇਸ ਕਰਕੇ ਜੇ ਚੱਲੇ ਸਤਿਗੁਰ ਭਾਏ, ਉਹ ਜੀਵ ਇਸਤਰੀ ਸਾਡੀ ਆਤਮਾ, ਸਾਡੀ ਜ਼ਮੀਰ, ਜੇ ਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੀ ਹੈ, ਗੁਰੂ ਦੇ ਮੁਤਾਬਕ ਚੱਲਦੀ ਹੈ, ਤਾਂ ਇਹ ਭਗਤੀ ਹੈ, ਇਹੋ ਹੀ ਸੇਵਾ ਹੈ। ਹੁਕਮ ਮੰਨਣਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਤੇ ਜਵਾਬ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ।
इस करके गुर की सेवा गुर भगत है, बिरला पाए कोई रहाओ। ये गुरु की सेवा गुरु की भगती है, ते गुरु की भगती गुरु की सेवा है। जिस तरह लहणा जी ने गुरु नानक देव महाराज जी की सेवा की, वो भी तो भगती सी। जिस तरह सतगुरु अमरदास जी ने खुद 12 साल पानी ढोया, ये भी तो गुरु की भगती सी, गुरु की सेवा। इहो सेवा ते सिमरन दे बारे सतगुरु अमरदास महाराज समझाउणा करदे हन। गुर की सेवा गुर भगत है, बिरला पाए कोई रहाओ। सदा सुहाग सुहागणी जे चलै सतगुर भाए। सदा पिर निहचल पाईਐ, ना ओ मरै न जाए। फिर ਉਹ ਜੀਵ ਆਤਮਾ ਕਦੇ ਵੀ ਦੁਹਾਗਣ ਨਹੀਂ ਹੁੰਦੀ, ਭਾਵ ਟੇਢੀਆਂ ਜੂਨਾਂ ਵਿੱਚ ਨਹੀਂ ਜਾਂਦੀ। ਮਾਨਸ ਜਾਪੇ ਤੋਂ ਬਾਅਦ ਜਦ ਸਰੀਰ ਛੱਡਦੀ ਹੈ ਤੇ ਸਿੱਧੀ ਮਾਲਕ ਦੇ ਘਰੇ ਜਾਂਦੀ ਹੈ। ਫਿਰ ਉਹਨੂੰ ਦੁਹਾਗਣ ਨਹੀਂ ਕੋਈ ਕਰ ਸਕਦਾ, ਕਿਉਂਕਿ ਉਸ ਨੂੰ ਉਹ ਪਤੀ ਮਿਲ ਜਾਂਦਾ ਹੈ ਜਿਹੜਾ ਕਦੇ ਮਰਦਾ ਨਹੀਂ, ਜਾਂਦਾ ਨਹੀਂ। ਨਾ ਉਹ ਮਰੇ ਨਾ ਜਾਏ, ਜਿਹੜਾ ਪਤੀ ਪਰਮੇਸ਼ਰ ਕਦੇ ਜੰਮਦਾ ਮਰਦਾ ਨਹੀਂ, ਨਿਹਚਲ ਸਦਾ ਰਹਿਣ ਵਾਲਾ। सदा फिर निहचल पाई है, जो सदा रहने वाला परमेश्वर पति है, उन्होंने वो मिल जाता है। सदा फिर निहचल पाई है, ना वो मरे न जाए। उन्होंने कदे भी वो मालिक जिहड़ा है ना मरन वाला प्राप्त हो जाता है, जिहड़ा कदे जाता नहीं। पाठ पढ़े न बूझई, पेखी भरम भुलाए। पर जेड़ा पाठ तां करदा है पर उन्होंने समझदा नहीं कि बाणी कहंदी की है, क्योंकि बाणी प्रैक्टिकल करने वास्ते कहंदी आ। बाणी केवल ते केवल पढ़ पढ़ के छड्डण वास्ते नहीं कहंदी। जे केवल पढ़न वाली गल बनदी ते फिर पातशाह जी शायद ये शब्द ना लिखदे। पढ़ पढ़ गड्ढे लद्दीए, पढ़ पढ़ भरीए साथ। पढ़ पढ़ बेड़ी पाईए, पढ़ पढ़ गड्डीए हाथ। पढ़ पढ़ गड्डीए खात। पढ़िए जेते वर्ष वर्ष, पढ़िए जेते मास। पढ़िए जेती आरजा, पढ़िए जेते सास। नानक लेखै एक गल होर हौमै रस झखना झाख। इस करके सतगुर पातशाह कहने पाठ तो बहुत करता है, व्याकरण मुताबक भी करता है, पद अर्थ आदਿਕਾਂ ਨੂੰ ਸੰਧੀਆਂ ਨੂੰ ਸੋਧ ਸੋਧ ਕੇ ਨਿਰਣਾ ਕਰਕੇ ਦੱਸਦਾ ਹੈ। ਪਰ ਗਿਆਨ ਦੀ ਸੋਝੀ ਨਹੀਂ, ਪਰਮੇਸ਼ਰ ਦੀ ਸੋਝੀ ਨਹੀਂ। ਉਹਨਾਂ ਭੇਖਾਂ ਦੇ ਭਰਮ ਵਿੱਚ ਭੁੱਲੇ ਹੋਏ ਤੁਰੇ ਫਿਰਦੇ ਹਨ। ਪਾਠ ਪੜ੍ਹੇ ਨ ਬੂਝਈ, ਭੇਖੀ ਭਰਮ ਭੁਲਾਏ। ਕੱਲਾ ਭੇਖ ਧਾਰਿਆ। ਜੇ ਗੱਲ ਦੀ ਸਮਝ ਨਹੀਂ ਆਈ ਤੇ ਸਮਝ ਆ ਗਈ, ਜੇ ਉਹਨੂੰ ਜੀਵਨ ਵਿੱਚ ਢਾਲਿਆ ਨਹੀਂ, ਫਿਰ ਕੋਈ ਫਾਇਦਾ ਨਹੀਂ ਹੋਣਾ। ਬਾਬਾ ਜੀ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਬਹੁਤ ਪਾਠ ਕੀਤੇ, ਗ੍ਰੰਥਾਂ ਦੇ ਵੇਦਾਂ ਦੇ ਵਿਚਾਰਾਂ ਵੀ ਕੀਤੀਆਂ। ਨਿਵਲ ਭਯੰਗਮ ਸਾਧੇ, ਨਿਉਲੀ ਕਰਮ ਪੁੱਠੇ ਸਿੱਧੇ ਲਮਕਣਾ ਵੀ ਕੀਤਾ। ਜਲ ਧਾਰੇ ਧੂਣੀਆਂ ਵੀ ਤਾਪੀਆਂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। 5 ਜਣਾ ਸਿਵ ਸੰਗ ਨਾ ਛੁਟਕਿਓ। ਫਿਰ 5 ਵਿਕਾਰਾਂ ਦਾ ਖੇੜਾ ਕਿਉਂ ਨਹੀਂ ਛੁੱਟਿਆ? ਕਿਉਂਕਿ ਉਹਦੇ ਮੁਤਾਬਕ ਚੱਲਿਆ ਹੀ ਨਹੀਂ। ਕਿਉਂਕਿ ਉਹਦੇ ਮੁਤਾਬਕ ਇਹ ਚੱਲਿਆ ਹੀ ਨਹੀਂਗਾ। ਜਿਸ ਤਰ੍ਹਾਂ ਕਿਸੇ ਮਹਾਂਪੁਰਸ਼ ਨੇ ਤੋਤੇ ਨੂੰ ਪੜ੍ਹਾ ਦਿੱਤਾ, ਉਹ ਤੋਤਾ ਪੜ੍ਹਦਾ ਗਿਆ, ਪੜ੍ਹਨ ਤੋਂ ਬਾਅਦ ਉਹਨੂੰ ਰਿਪੀਟ ਵੀ ਕਰਦਾ ਬਾਰ-ਬਾਰ, ਪਰ ਉਹਨੂੰ ਇਹ ਨਹੀਂ ਪਤਾ ਕਿ ਜੋ ਮੈਂ ਪੜ੍ਹ ਰਿਹਾ, ਰਿਪੀਟ ਕਰ ਰਿਹਾ, ਇਸ ਦੇ ਮੁਤਾਬਕ ਚੱਲਣਾ ਵੀ ਹੈ। ਇਹਨੂੰ ਕਹਿੰਦੇ ਆ ਤੋਤਾ ਰਟਨ। ਤੋਤੇ ਦੀ ਨਿਆਈ ਮਨੁੱਖ ਵੀ ਪੜ੍ਹਦਾ ਬਹੁਤ ਹੈ ਪਰ ਅਮਲ ਨਹੀਂ ਕਰਦਾ। ਅਮਲਾ ਬਾਝੋਂ ਆਲਮਾ, ਅਮਲਾਂ ਤੋਂ ਬਗੈਰ ਉਹ ਸੰਸਾਰ ਦੇ ਲੋਕੋ
ਸਾਰੇ ਕਰਮ ਧਰਮ ਫੋਕੇ ਹਨ। ਮੇਰੇ ਪ੍ਰੀਤਮ ਜੀ ਕਹਿੰਦੇ, ਪਾਠ ਪੜ੍ਹੈ ਨਾ ਬੁੱਝਈ, ਭੇਖੀ ਭਰਮ ਭੁਲਾਏ। ਭੇਖ ਧਾਰ ਲਿਆ, ਭੇਖ ਕੋਈ ਵੀ ਧਾਰ ਲਓ। ਸਾਡਾ ਸਰੀਰ ਹੈ ਤੇ ਜਿਹੋ ਜਿਹੇ ਕੱਪੜੇ ਪਾ ਦੋਗੇ ਲੋਕ ਕਹਿਣ ਲੱਗ ਜਾਣਗੇ ਇਹ ਤਾਂ ਯਾਰ ਫਲਾਣੇ ਧਰਮ ਦਾ ਬੰਦਾ ਲੱਗਦਾ। ਬਹੁਤ ਸਾਰੇ ਲੋਕ ਸਿੱਖੀ ਧਰਮ ਦੇ ਵਿੱਚ ਪਖੰਡੀ ਵੀ ਵੜ ਜਾਂਦੇ ਨੇ ਸਮੇਂ ਸਮੇਂ ਤੇ। 84 ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਸਿੱਖਾਂ ਵਾਲਾ ਭੇਖ ਧਾਰ ਕੇ ਸਿੱਖੀ ਨੂੰ ਬਦਨਾਮ ਕੀਤਾ। ਕੋਈ ਸਤਨਾਮ ਸ੍ਰੀ ਹੋਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਕੱਲਾ ਭੇਖ ਧਾਰੀਆਂ ਗੱਲ ਨਹੀਂ ਬਣਨੀ। ਭਾਈ ਰੇ ਦਾਸਣ ਦਾਸਾ ਹੋਏ ਸਿੱਖੋ, ਦਾਸਾਂ ਦੇ ਦਾਸ ਬਣਨਾ ਪੈਣਾ। ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਭਾਏ। ਉਹ ਜੀਵ ਇਸਤਰੀ ਜੀਵ ਆਤਮਾ ਸਦਾ ਹੀ ਸੁਹਾਗਣ ਬਣ ਜਾਂਦੀ ਆ ਜੇ ਮਾਲਕ ਦੇ ਗੁਰੂ ਦੇ ਅਨੁਸਾਰ ਚੱਲਦੀ ਆ। ਸਦਾ ਫਿਰ ਨਿਹਚਲ ਪਾਈ ਹੈ, ਉਹਨੂੰ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਪਰਮੇਸ਼ਰ ਹੈ ਕਦੇ ਮਰਦਾ ਨਹੀਂ। ਸਦਾ ਫਿਰ ਨਿਹਚਲ ਪਾਈ ਹੈ, ਨਾ ਉਹ ਮਰੇ ਨਾ ਜਾਏ। ਸ਼ਬਦ ਮਿਲੀ ਨਾ ਵਿਛੜੈ, ਪਿਰਕੈ ਅੰਕ ਸਮਾਏ। ਉਹ ਜੀਵ ਇਸਤਰੀ ਸ਼ਬਦ ਰਾਹੀਂ ਪਤੀ ਪਰਮੇਸ਼ਰ ਨੂੰ ਮਿਲ ਜਾਂਦੀ ਹੈ। ਅੰਕ ਸਵਾਏ ਉਹਦੇ ਵਿੱਚ ਮਿਲ ਜਾਂਦੀ ਹੈ। ਉਹਨੂੰ ਆਪਣੇ ਗਲੇ ਲਾ ਲੈਂਦਾ ਹੈ, ਆਪਣੀ ਬਣਾ ਲੈਂਦਾ ਹੈ। ਔਰ ਸੰਸਾਰ ਦੀਆਂ ਟੇਢੀਆਂ ਜੂਨਾਂ ਨੂੰ ਛੱਡ ਕੇ ਉਹ ਆਤਮਾ ਪਰਮਾਤਮਾ ਹੋ ਜਾਂਦੀ ਹੈ, ਮਾਲਕ ਦੇ ਵਿੱਚ ਮਿਲ ਜਾਂਦੀ ਹੈ। ਹਰ ਕਾ ਸੇਵਕ ਸੋ ਹਰ ਜੇਹਾ ਹੋ ਜਾਂਦੀ ਹੈ। ਪਿਰਕੈ ਅੰਕ ਸਮਾਏ, ਹਰ ਨਿਰਮਲ ਅਤ ਉਜਲਾ। ਬਿਨ ਗੁਰ ਪਾਇਆ ਨਾ ਜਾਏ। ਉਹ ਜਿਹੜਾ ਹਰੀ ਪਰਮ ਪਰਮੇਸ਼ਰ ਪਰਮਾਤਮਾ ਨਿਰਮਲ ਉਜਲ ਹੈ, ਉਹ ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਗੁਰੂ ਧਾਰਨ ਕਰਨ ਤੇ ਜ਼ੋਰ ਦਿੰਦੇ ਆ ਪੂਰਾ, ਕਿਉਂਕਿ ਉਹਨਾਂ ਦੇ ਜੀਵਨ ਦਾ ਪ੍ਰੈਕਟੀਕਲ ਹੈ। ਉਹਨਾਂ ਨੇ 60-65 ਸਾਲ ਗੁਰੂ ਧਾਰਨ ਨਹੀਂ ਕੀਤਾ, ਗੰਗਾ ਦੀ ਯਾਤਰਾ ਕਰਦੇ ਰਹੇ, ਪਰ ਜੀਵਨ 'ਚ ਬਦਲਾਅ ਕਦੇ ਨਹੀਂ ਆਇਆ। ਜਦੋਂ ਗੁਰੂ ਵਾਲੇ ਬਣੇ, ਹੁਣ ਅੱਗੇ ਚੱਲੋ, ਗੁਰੂ ਵਾਲੇ ਵੀ ਬਹੁਤ ਬਣੇ ਆ, ਪਰ ਗੁਰੂ ਮੁਤਾਬਕ ਚੱਲਦੇ ਨਹੀਂ ਤੇ ਫਿਰ ਵੀ ਤੁਹਾਡੇ ਜੀਵਨ 'ਚ ਬਦਲਾਅ ਨਹੀਂ ਆ ਸਕਦਾ। ਜੀਵਨ 'ਚ ਬਦਲਾਅ ਉਦੋਂ ਆਉਣਾ ਜਦੋਂ ਗੁਰੂ ਦੀ ਗੱਲ ਮੰਨ ਕੇ ਗੁਰੂ ਦੇ ਮੁਤਾਬਕ ਚੱਲ ਪਏ, ਫਿਰ ਗੱਲ ਬਣਨੀ ਹੈ। ਪ੍ਰੀਤਮ ਜੀ ਕਹਿੰਦੇ, ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ। ਉਹ ਠੀਕ ਹੈ ਪਾਠ ਪੜ੍ਹੈ, ਪਾਠ ਬਹੁਤ ਕਰਦਾ ਹੈ, ਨਾ ਬੁੱਝਈ ਪਰ ਸਮਝਦਾ ਨਹੀਂ। ਭੇਖ ਧਾਰਨ ਕਰਦਾ ਹੈ ਪਰ ਭੇਖ ਦਾ ਮਕਸਦ ਨਹੀਂ ਸਮਝਦਾ ਕਿ ਇਹ ਭੇਖ ਜਿਹੜਾ ਮੈਂ ਪਾਇਆ ਇਹਦਾ ਵੀ ਕੋਈ ਅਹਿਮੀਅਤ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਯਾਤਰਾ ਦੌਰਾਨ ਜਦੋਂ ਮੱਕੇ ਮਦੀਨੇ ਦੀ ਯਾਤਰਾ ਤੇ ਗਏ ਆ ਨਾ, ਤੇ ਸੱਖਰ ਭੱਖਰ ਦੀ ਜਗ੍ਹਾ ਤੇ ਬੰਦਰਗਾਹ ਤੋਂ ਇੱਕ ਸਮੁੰਦਰੀ ਜਹਾਜ਼ ਜਾਂਦਾ ਹੈ ਪਾਣੀ ਦੇ ਵਿੱਚ ਦੀ ਪਰਲੇ ਪਾਸੇ ਮੱਕੇ ਨੂੰ। ਉਹਦੇ ਉੱਤੇ ਚੜ੍ਹਨ ਵਾਸਤੇ ਉੱਥੇ ਯਾਤਰੂ ਇਕੱਠੇ ਹੁੰਦੇ ਆ, ਫਿਰ ਜਹਾਜ਼ ਆਉਂਦਾ, ਸਾਰੇ ਉਹਦੇ ਵਿੱਚ ਚੜ੍ਹ ਜਾਂਦੇ ਆ। ਸਤਿਗੁਰੂ ਵੀ ਉਸ ਬੰਦਰਗਾਹ ਤੇ ਪਹੁੰਚ ਗਏ, ਸੱਖਰ ਭੱਖਰ ਦੀ ਜਗ੍ਹਾ ਤੇ ਜਾ ਬੈਠੇ। ਉੱਥੇ ਬਹੁਤ ਸਾਰੇ ਕਾਜੀ ਮੁਲਾਣੇ ਇਕੱਠੇ ਹੋਏ ਬੈਠੇ ਆ ਮੱਕੇ ਜਾਣ ਵਾਸਤੇ। ਬਾਬਾ ਜੀ ਵੀ ਉਹੋ ਜਿਹਾ ਭੇਸ ਧਾਰ ਕੇ ਉੱਥੇ ਜਾ ਬੈਠੇ। ਇੱਕ ਪੈਰ ਵਿੱਚ ਜੁੱਤੀ ਪਾਈ ਹੈ, ਇੱਕ ਪੈਰ ਵਿੱਚ ਖੜਾਮ ਪਾਈ ਹੈ। ਔਰ ਉਹਨਾਂ ਨੇ ਸਤਿਗੁਰਾਂ ਨੂੰ ਪੁੱਛਿਆ, ਕਾਜੀ ਮੁੱਲਾ ਇਕੱਠੇ ਹੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਸਾਰੇ ਕਾਜੀ ਮੁਲਾਣੇ ਇਕੱਠੇ ਹੋ ਕੇ ਬਾਬੇ ਨੂੰ ਪੁੱਛਦੇ ਆ, ਤੇਰੇ ਕੋਲੇ ਕਿਤਾਬ ਹੈ ਕੋਈ? ਸਤਿਗੁਰ ਆਪਣੇ ਨਾਲ ਇੱਕ ਕਿਤਾਬ ਪੋਥੀ ਰੱਖਦੇ ਸੀਗੇ, ਜਿਹਦੇ ਵਿੱਚ ਆਪਣੇ ਉਚਾਰਨ ਕੀਤੇ ਹੋਏ ਸ਼ਬਦ ਲਿਖਦੇ ਸੀ। ਤੇ ਪਾਤਸ਼ਾਹ ਜੀ ਨੇ ਕਾਜੀਆਂ ਵਾਲਾ ਭੇਖ ਬਣਾਇਆ, ਨੀਲੇ ਵਸਤਰ ਪਹਿਨ ਲਏ, ਇੱਕ ਪੈਰ ਵਿੱਚ ਖੋਸਾ ਜੁੱਤਾ ਪਾ ਲਿਆ, ਇੱਕ ਪੈਰ ਵਿੱਚ ਖੜਾਮ ਪਾ ਲਈ।
और ऐसा रूप धारण करके कच्छ किताब पूजा हथ किताब कच्छ एक गड़वा ले लिया पानी का बाले नूं फड़ा दिता है। भाई मरदाना नाल नाल आ रहा है। ऐसा भेख बनाया। ऐसा भेख लैके जब उत्थे गए तो काजी मुल्ला कहते हैं बाबा तेरे को किताब च की लिखिया सानू पढ़ के सुना। बाबा जी कहते की पढ़ के सुनावा दसो। कहते की लिखे है इन्हां भेखां दा धारण का की मतलब है। पातशाह जी ने फिर उत्थे आ जिहड़े भेख धारे हुंदे आ बंदे दे हत्थ विच किसे दे खूंडी फड़ी हुंदी है, किसे दे सरीसा फड़ी हुंदी है। और मुसलमाना दे भेख है, हिंदुआं दे भेख है, गल विच माला पाइयां आदि आदि धूणे लाउणे जल धारे करने। ये सारे भेखां ने फिर कल्ले कल्ले चीज़ का ज्ञान दिता भी ये की कहंदे है। धूणा कहंदा जे तू मैनू जगाया तो मेरी गल सुन। धूणा धूणा लाउंदे ना लोग, जोगी लोग धूणा ला के उहदे आसे पासे बैठे रहिंदे आ, सवाह जी इकट्ठी करदे रहिंदे आ फौड़ी दे नाल। धूणा कहंदा जे तू मैनू जगाया तो मेरी गल सुन, देख मैं अपने असले वाल जा रहा। जब अग मचावांगे धुआं तां नूं जांदा है, क्योंकि वो एक अग की अंश है। धुआं तां नूं क्यों जांदा है? क्योंकि उहदा स्रोत सूरज है। ये इस करके उपर जांदा है अपने सूरज वाल। ते बंदे नूं जिसने धूणा जगाया उहनूं कहंदा धूणा कि जे तू मैनू जगाया तो मेरे वांगू तू भी अपनी सुरत अपने मालक वाल लैके चल। आ फौड़ी की कहती है? फौड़ी कहती है जे तू मैनू वरतदा है आ जिवें सवाह इकट्ठी करदा मेरे नाल, इस तरह अपने कर्म इंद्रियां ज्ञान इंद्रियां नूं अपनी सुरत नूं इकट्ठी करके रख। धूणे की सवाह इकट्ठी करने वास्ते निक्की जी फौड़ी बना के कोले रखी हुंदी आ। कहते जिवें मैं धूणे की अग नूं इकट्ठा करके रखदी हाँ, तू भी अपनी ब्रह्म अग्नि नूं इकट्ठी करके रख, सुरत नूं खिंडण ना दे। आ खूंडी की कहंदी आ? खूंडी कहंदी आ कि मेरा मूँह थल्ले नूं है। खूंड थल्ले नूं हुंदा ना, ते खूंडी कहंदी आ वेख जे तू मैनू चक्किया तो मेरे मुताबक चल। सारे हथियारों का मूँह उपर नूं हुंदा, डंडियां का मूँह उपर नूं हुंदा, पर खूंडी का मूँह थल्ले नूं हुंदा है। मेरा मूँह थल्ले नूं है, तू भी अपना मूँह थल्ले नूं रख। मैं दुनिया तो अलग हाँ, तू भी दुनिया तो अलग हो जा। जे मैनू चक्किया तो इदां चल, नहीं तो ना चक। आ चोला की कहना है? चोला कहना है खफन है ये मुर्दियां दे पाया जाता है। खफन एक खफन मुर्दियां दे पाया जाता है। जे तू मैनू पाया तो फिर मुर्दा हो जा। जे हजे भी तेरे विच आकड़ है, हंकार है, फिर मैनू पाउण दा कोई फायदा नहीं। को सतनाम श्री। इस तरह धन धन श्री गुरु नानक देव महाराज जी ने, गुरु प्यारिओ, सारे ही भगती दे पहनण वाले भेखां दा ज्ञान उन्हां काजियां मुलाणियां नूं देना कीता सी। इसे तरह इत्थे तीजे पातशाह लिखते हैं पाठ तो करता है पर पाठ नूं समझदा नहीं। पाठ पढ़े ना बूझई भेखी भरम भुलाए, भेख धारदा है भरमां दे विच खुद नूं भुला रहा है कि तू कौन है, कित्थों आया, अपनी असलीयत नूं जाणदा ही नहीं गा। इहदा पता किवें लगूगा? पातशाह कहने गुरमति हर सदा पाया, रसना हर रस समाए। गुरु की मत लैके हरि नूं पाया जा सकता है जदों रसना दे नाल उस हरि नूं याद किया जाता, उहदे रस नूं माणिया जाता है। माया मोह चुकाया, हरि दे नाम दे रस नूं वरतदियां होइयां, हरि दे नाम दे रस नूं माणदियां होइयां, माया दे मोह चों उच्चे उठ के गुरमत अनुसार चलदियां होइयां, गुरमती सहज सुभाए, सहज सुभाए इस गुरमत नूं ग्रहण करके जीवन बतीत करना, इहो ही असली भगती है, इहो ही सेवा ते सिमरन है। पुछिया सी ना जी नाम किवें जपीए, सेवा किवें करिए?
ਤਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਉਸੇ ਵਿਸ਼ੇ ਤੇ ਸਮਝਾ ਰਹੇ ਨੇ। ਮਾਇਆ ਮੋਹ ਚੁਕਾਇਆ, ਮਾਇਆ ਦੇ ਮੋਹ ਚੋਂ ਉੱਚੇ ਉੱਠ ਕੇ ਗੁਰਮਤੀ ਸਹਿਜ ਸੁਭਾਏ, ਗੁਰੂ ਦੀ ਮੱਤ ਅਨੁਸਾਰ ਚੱਲਣਾ ਸ਼ੁਰੂ ਕਰੋ। ਬਿਨ ਸ਼ਬਦ ਜਗ ਦੁਖੀਆਂ ਫਿਰੈ, ਮਨ ਮੁਖਾ ਨੋ ਗਈ ਖਾਏ। ਇਹ ਮਾਇਆ ਐਸੀ ਹੈ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਜੇ ਮਨੁੱਖ ਸ਼ਬਦ ਨਾਲ ਨਹੀਂ ਜੁੜਦਾ ਤੇ ਇਹ ਮਾਇਆ ਜਿਹੜੀ ਹੈ ਮਨੁੱਖ ਨੂੰ ਖਾ ਜਾਂਦੀ ਹੈ, ਮਨੁੱਖ ਦੁਖੀ ਹੈ। ਜਿਸ ਤਰ੍ਹਾਂ ਇਹ ਠੀਕ ਹੈ, ਹੁਣ ਤੁਸੀਂ ਕਹੋਗੇ ਮਾਇਆ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਮੈਂ ਸੱਚ ਕਹਿਣਾ, ਮਾਇਆ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਅਸੀਂ ਰੋਜੀ ਰਿਜ਼ਕ ਵਾਸਤੇ ਮਾਇਆ ਕਮਾਉਣੇ ਆ, ਦਿਹਾੜੀ ਕਰਦੇ ਆ, ਤੇ ਬੇੜੀ ਜਿਹੜੀ ਆ ਉਹ ਪਾਣੀ ਬਿਨਾਂ ਨਹੀਂ ਚੱਲਦੀ। ਇਸ ਵਿਸ਼ੇ ਤੇ ਸਮਝੋ ਥੋੜਾ। ਕਿਸ਼ਤੀ ਹੈ ਜਿਹੜੀ ਉਹ ਪਾਣੀ ਵਿੱਚ ਹੀ ਚੱਲਦੀ ਹੈ ਨਾ, ਪਰ ਓਨਾ ਚਿਰ ਹੀ ਪਾਣੀ ਵੀ ਸਹੀ ਚੱਲਦੀ ਹੈ ਜਿੰਨਾ ਚਿਰ ਉਹ ਪਾਣੀ ਵਿੱਚ ਡੁੱਬੀ ਨਹੀਂ। ਜਿੰਨਾ ਚਿਰ ਪਾਣੀ ਤੋਂ 1 ਫੁੱਟ 1.5 ਫੁੱਟ ਬਾਹਰ ਰਹਿੰਦੀ ਆ, ਓਨਾ ਚਿਰ ਉਹ ਕਿਸ਼ਤੀ ਚੱਲਦੀ ਰਹਿੰਦੀ ਹੈ। ਪਰ ਜੇ ਕਿਸ਼ਤੀ ਦਾ ਮਲਾਹ ਇਹ ਕਹੇ ਕਿ ਮੈਂ ਹੋਰ ਸਵਾਰੀਆਂ ਬਿਠਾ ਲਵਾਂ, ਹੋਰ ਕਿਰਾਇਆ ਬਣ ਜਾਵੇਗਾ, ਥੋੜ੍ਹੀਆਂ ਹੋਰ ਬਿਠਾ ਲਈਏ, ਥੋੜ੍ਹੀਆਂ ਹੋਰ ਬਿਠਾ ਲਈਏ, ਇਉਂ ਬਿਠਾਉਂਦੀਆਂ ਬਿਠਾਉਂਦੀਆਂ ਜਦੋਂ ਕਿਸ਼ਤੀ ਲੈ ਕੇ ਚੱਲੇਗਾ ਤੇ ਅਖੀਰ ਕੀ ਹੋਵੇਗਾ? ਕਿਸ਼ਤੀ ਡਾਵਾਂਡੋਲ ਹੋ ਕੇ ਪਾਣੀ ਵਿੱਚ ਡੁੱਬ ਜਾਵੇਗੀ। ਕਿਸ਼ਤੀ ਵੀ ਡੁੱਬੇਗੀ, ਮਲਾਹ ਵੀ ਡੁੱਬੇਗਾ ਤੇ ਉਹਦੇ ਬੇੜੇ ਵਿੱਚ ਬੈਠੇ ਯਾਤਰੂ ਵੀ ਡੁੱਬ ਜਾਣਗੇ। ਕਹੋ ਸਤਿਨਾਮ ਸ੍ਰੀ। ਇਹ ਜ਼ਿੰਦਗੀ ਓਨੀ ਕੀ ਵਧੀਆ ਸੌਖੀ ਰਹਿੰਦੀ ਹੈ ਜਿੰਨੀ ਕੁ ਲੋੜ ਮੁਤਾਬਕ ਇਸ ਨੂੰ ਮਾਇਆ ਮਿਲੀ ਜਾਵੇ। ਜਦੋਂ ਵਿੱਤੋਂ ਵੱਧ ਆ ਜਾਂਦੀ ਹੈ ਤੇ ਫਿਰ ਕਈ ਵਾਰੀ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਵੀ ਪੈ ਜਾਂਦੇ ਆ, ਕਿਉਂਕਿ ਮਾਇਆ ਵਾਧੂ ਹੈ ਤੇ ਬੰਦੇ ਅੰਦਰ ਵਿਕਾਰ ਵੀ ਪੈਦਾ ਕਰਦੀ ਹੈ। ਇੱਕ ਦਿਨ ਸਤਿਗੁਰੂ ਅਮਰਦਾਸ ਜੀ ਦੇ ਪੁੱਤਰ ਨੇ ਸੋਚਿਆ, ਮੋਹਰੀ ਨੇ, ਵੀ ਯਾਰ ਕਦੇ ਲੱਖ ਪੈਸਾ ਨਹੀਂ ਦੇਖਿਆ। ਉਦੋਂ ਪੈਸੇ ਮੱਥਾ ਟੇਕਦੇ ਸੀ ਲੋਕ, 1 ਪੈਸਾ 2 ਪੈਸੇ 3 ਪੈਸੇ 5 ਪੈਸੇ 10 ਪੈਸੇ ਸਿਲਵਰ ਦਾ ਪੈਸਾ ਬਣਿਆ ਹੁੰਦਾ ਸੀ। ਕਹਿੰਦੇ ਯਾਰ ਕਦੇ ਲੱਖ ਪੈਸਾ ਨਹੀਂ ਵੇਖਿਆ। ਤੇ ਸਤਿਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਫੁਰਨਾ ਦੂਰ ਕਰਨ ਵਾਸਤੇ ਸਿੱਖਾਂ ਨੂੰ ਕਿਹਾ ਵੀ ਕੱਲ ਨੂੰ ਨਾ ਤੁਸੀਂ ਪੈਸਿਆਂ ਦਾ ਮੱਥਾ ਟੇਕਿਓ। ਸੰਗਤਾਂ ਨੇ ਹੁਕਮ ਮੰਨਦਿਆਂ ਹੀ ਪੈਸਿਆਂ ਦਾ ਢੇਰ ਲਾ ਦਿੱਤਾ। ਨਿੱਕੇ ਪੈਸੇ, ਪੈਸਾ, ਦੁੱਕੀ, ਟਿੱਕੀ, ਪੰਜੀ, 10 ਪੈਸੇ, ਇਹ ਸਾਰੇ, ਜਾਂ ਤਾਂਬੇ ਦੇ ਪੈਸੇ, ਇਹ ਸਾਰੇ ਪੈਸੇ ਜਦੋਂ ਸਤਿਗੁਰਾਂ ਦੀ ਹਜ਼ੂਰੀ 'ਚ ਢੇਰ ਲੱਗ ਗਿਆ ਤੇ ਭਾਈ ਮੋਹਰੀ ਨੂੰ ਸੱਦਿਆ। ਕਹਿੰਦੇ ਮੋਹਰੀ ਗੱਲ ਸੁਣ। ਹਾਂ ਮਹਾਰਾਜ, ਆਹ ਪੈਸੇ ਗਿਣਕਾਂ ਭਾਈ ਕਿੰਨੇ ਕਹੇ। ਜਦੋਂ ਪੈਸੇ ਗਿਣਨੇ ਸ਼ੁਰੂ ਕੀਤੇ ਭਾਈ ਮੋਹਰੀ ਨੇ ਬੈਠ ਕੇ, ਤੇ ਜਿਹੜੇ ਉਂਗਲਾਂ ਦੇ ਪੋਟੇ ਸੀ ਆ ਕਾਲੇ ਹੋ ਗਏ। ਜਦੋਂ ਕਾਲੇ ਹੋਏ ਤੇ ਗੁਰੂ ਅਮਰਦਾਸ ਜੀ ਨੂੰ ਪੁੱਛਦਾ, ਮਹਾਰਾਜ ਜੀ ਉਂਗਲਾਂ ਕਾਲੀਆਂ ਕਰਤੀਆਂ ਇਹਨਾਂ ਪੈਸਿਆਂ ਨੇ। ਤੇ ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਲੱਖਾਂ ਦੀ ਗਿਣਤੀ 'ਚ ਆਉਂਦੀ ਆ ਉਦੋਂ ਉਂਗਲਾਂ ਕਾਲੀਆਂ ਹੀ ਹੁੰਦੀਆਂ। ਕਹੋ ਸਤਿਨਾਮ ਸੀ। ਤੂੰ ਕੱਲ ਸੋਚਿਆ ਸੀ ਨਾ ਕਦੇ ਲੱਖ ਪੈਸਾ ਨਹੀਂ ਗਿਣਿਆ, ਕਦੇ ਲੱਖ ਪੈਸਾ ਨਹੀਂ ਦੇਖਿਆ, ਆ ਗਿਣਦਾ ਲੱਖ ਪੈਸਾ। ਜਿਸ ਤਰ੍ਹਾਂ ਇਹਨੇ ਉਂਗਲਾਂ ਕਾਲੀਆਂ ਕੀਤੀਆਂ, ਇਹ ਮਨ ਵੀ ਕਾਲਾ ਕਰਦੀ ਹੈ ਜਦੋਂ ਮਾਇਆ ਵਾਲੀ ਆ ਜਾਂਦੀ ਹੈ ਬੰਦੇ ਕੋਲ। ਇਸ ਕਰਕੇ ਮਾਇਆ ਮੋਹ ਚੁਕਾਇਆ। ਤੇ ਮਾਇਆ ਤੋਂ ਭਾਵ ਕੇਵਲ ਪੈਸਾ ਹੀ ਨਹੀਂ, ਇਸ ਪਾਸੇ ਵੀ ਧਿਆਨ ਦਈਏ। ਸੰਸਾਰ ਦੇ ਵਿੱਚ ਰਿਸ਼ਤੇਦਾਰੀਆਂ, ਧੀਆਂ ਪੁੱਤਰ, ਸਾਕ ਸੰਬੰਧੀ, ਹੋਰ ਕੋਠੀਆਂ ਕਾਰਾਂ, ਇਹ ਸਭ ਮਾਇਆ ਹੀ ਮਾਇਆ ਹੈ। ਔਰ ਜਦੋਂ ਮਨੁੱਖ ਦੇ ਕੋਲ ਇਹ ਮਾਇਆ ਆ ਜਾਂਦੀ ਹੈ ਪਰਮੇਸ਼ਰ ਦੀ ਵਰਤਾਈ ਹੋਈ, ਤਾਂ ਮਨੁੱਖ ਦਾ ਧਿਆਨ ਜਿਹੜਾ ਪਰਮੇਸ਼ਰ ਦੇ ਚਰਨਾਂ ਵਿੱਚੋਂ ਨਿਕਲ ਕੇ ਇਹਦੇ ਵਿੱਚ ਲੱਗ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨ ਉਪਰੈ ਜਨ ਕੋ ਜਨ ਕਹਾਂ ਕਰੇ ਵਿਚਾਰੇ। ਮਾਇਆ ਮੋਹ ਚੁਕਾਇਆ ਜਿਨ੍ਹਾਂ ਨੇ ਇਹਦੇ ਵਿੱਚੋਂ ਮਨ ਕੱਢ ਕੇ, ਸੁਰਤ ਕੱਢ ਕੇ ਗੁਰੂ ਦੀ ਮੱਤ ਨਾਲ ਲਾ ਲਈ। ਗੁਰਮਤੀ ਸਹਿਜ ਸੁਭਾਏ, ਉਹ ਸੁਖੀ ਹੋਏ। ਬਿਨ ਸ਼ਬਦੈ ਜਗ ਦੁਖੀਆ ਫਿਰੇ, ਜਿਨ੍ਹਾਂ ਨੇ ਨਹੀਂ ਲਾਇਆ ਉਹ ਦੁਖੀ ਹੈ। ਮਨ ਮੁੱਖਾ ਨੋ ਗਈ ਖਾਏ, ਉਹਨਾਂ ਦਾ ਜੀਵਨ ਬਰਬਾਦ ਕਰ ਦਿੱਤਾ, ਇਸ ਮਾਇਆ ਨੇ ਖਾ ਗਈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸकी सेवा करे तिस ही को फिर खाए।
ਗੁਰਮੁਖ ਕੋਈ ਗਾਰੜੂ, ਗਾਰੜੂ ਜਿਹੜਾ ਹੁੰਦਾ ਸੱਪ ਦੇ ਜ਼ਹਿਰ ਨੂੰ ਲਾਹ ਦਿੰਦਾ। ਤੇ ਗੁਰਮੁਖਾਂ ਨੇ ਇਸ ਮਾਇਆ ਦੇ ਜ਼ਹਿਰ ਨੂੰ ਕਿਵੇਂ ਖਤਮ ਕੀਤਾ? ਸੇਵਾ ਚ ਲਾ ਕੇ। ਕੋ ਸਤਨਾਮ ਸੀ, ਸੇਵਾ ਕਰਕੇ। ਗੁਰਮੁਖ ਕੋਈ ਗਾਰੜੂ ਤਿਨ ਮਲਦਾ ਲਾਈ ਪਾਏ, ਉਹਨਾਂ ਨੇ ਦਲ ਮਲ ਕੇ ਇਸ ਨੂੰ ਪੈਰਾਂ ਵਿੱਚ ਲਾਤਾ, ਭਾਵ ਸੇਵਾ ਚ ਲਾ ਦਿੱਤਾ। ਸ਼ਬਦ ਹੈ ਨਾਮ ਧਿਆਈ ਹੈ, ਸ਼ਬਦ ਹੈ ਸੱਸ ਮਾਏ, ਤੇ ਖੁਦ ਸ਼ਬਦ ਨਾਲ ਜੁੜ ਕੇ ਮਾਇਆ ਨੂੰ ਸੇਵਾ ਚ ਲਾ ਦਿੱਤਾ। ਗੁਰੂ ਕਿਰਪਾ ਕਰਨ। ਏਸੀ ਚਾਰ ਪਦਿਆਂ ਦੇ ਵਿਚਾਰ, ਰਹਿੰਦੇ ਚਾਰ ਪਦਿਆਂ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਵੱਲ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।